ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਧੀਰ ਗੁਰਮਤਿ ਗੰਭੀਰ, ਪਰ ਦੁਖ ਵਿਸਾਰਨ। ਸ਼ਬਦ ਸਾਰ ਹਰ ਸਮ ਉਦਾਰ, ਅਹਮੇਵ ਨਿਵਾਰਨ। ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨਾ ਹੁਟੈ। ਸਤਵੰਤ ਹਰ ਨਾਮ ਮੰਤਰ, ਨਵ ਨਿਧ ਨਾ ਨਿਖੁਟੈ। ਗੁਰ ਰਾਮਦਾਸ ਤਨ ਸਰਬ ਮੈਂ, ਸਹਿਜ ਚੰਦੋਵਾ ਤਾਣਿਓ। ਗੁਰ ਅਰਜੁਨ ਕਾਲੇ ਉਚਰੈ, ਤੈ ਰਾਜ ਜੋਗ ਰਸ ਜਾਣਿਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕਉ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਕਉ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਚੌਥਾ। ਹਰ 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 ਨਾਮ ਜਪਾ, ਗੁਰਮੁਖ ਨਾਮ ਸਦਾ ਲੈ ਲਾਹਾ। ਹਰ 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 ਭਗਤ ਦੜਾਵੋ, ਹਰ ਹਰ ਨਾਮ ਮਹਾਰਾਮ। ਹਰ 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 ਨਾਮ ਜਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਕਲਯੁਗ ਦੇ ਜੀਵਾਂ ਨੂੰ ਤਾਰਨ ਵਾਲੇ, ਸਰਬ ਸਾਂਝੀ ਵਾਲਤਾ ਦੇ ਮੁਜੱਸਮੇ, ਸਰਬ ਮਨੁੱਖਤਾ ਦੇ ਸਾਂਝੇ ਰਹਿਬਰ, ਵਾਲੀਏ ਕੁਲ ਆਲਮ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਚਬਰ ਤਖਤ ਛਤਰ ਦੇ ਮਾਲਕ, ਦੋ ਜਹਾਨ ਦੇ ਵਾਲੀ, ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ, ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੀਆਂ ਮਹਾਰਾਜ ਸਾਹਿਬ ਨੇ ਮਹਾਨ ਮਿਹਰਾਮਤ ਕੀਤੀ। ਉਦਮ ਮਤ ਪ੍ਰਬੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ। ਪਾਤਸ਼ਾਹ ਜੀ ਦੀ ਪ੍ਰੇਰਨਾ ਅਰ ਉਦਮ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਇਸ ਪਾਵਨ ਪਵਿੱਤਰ ਅਸਥਾਨ ਤੇ ਨਿਤ ਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਉਪਰੰਤ ਰਾਗੀ ਸਿੰਘਾਂ ਨੇ ਅਗੰਮੀ ਬਾਣੀ ਦੇ ਕੀਰਤਨ, ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਗਾਇਨ ਕੀਤੇ ਨੇ। ਆਪ ਸਰਬੱਤ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਬਾਣੀ ਦੇ ਰਸ ਆਨੰਦ ਨੂੰ ਮਾਣਿਆ ਹੈ। ਹੁਣ ਸਾਧ ਸੰਗਤ ਜੋ ਰੋਜ਼ਾਨਾ ਦੇ ਨਿਯਮ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਲੜੀਵਾਰ
ਗੁਰ ਸ਼ਬਦ ਦੀ ਵਿਚਾਰ ਦਾ ਸਮਾਂ ਹੈ। ਵਿਚਾਰ ਪਰਾ ਆਰੰਭ ਕਰਨ ਤੋਂ ਪਹਿਲਾਂ ਨਸਰੋ ਮਨਸੂਰ ਇਸ ਦੀ ਮਨਜ਼ੂਰ ਹਕਰਾ ਗੰਜ਼ੂਰ ਜ਼ੁਮਲਾ ਫੈਜ਼ੇ ਨੂਰ ਹਕ ਹਕ ਅਗਾਹ ਸ਼ਾਹੇ ਸ਼ਹਿਨਸ਼ਾਹ ਹਕ ਹਕ ਅੰਦੇਸ਼ ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਸਾਹਿਬੇ ਜਲਾਲ ਅੰਮ੍ਰਿਤ ਕੇ ਦਾਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ। ਸਰਬੱਤ ਸੰਗਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਚੌਥਾ। ਹਰ 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 ਨਾਮ ਜਪਾ। ਜੈਤ ਸ੍ਰੀ ਰਾਗ ਦਾ ਨਾਮ ਹੈ ਜੀ। ਜੈਤ ਸ੍ਰੀ ਰਾਗ ਦੇ ਅੰਦਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸ੍ਰੀ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ ਪਾਵਨ ਪਵਿੱਤਰ ਸ਼ਬਦ ਹੈ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਪਠਨ ਪਾਠਨ ਕਰਦੇ ਆ ਨਾ ਜੀ, ਤੇ ਮਹਾਰਾਜ ਸਾਹਿਬ ਜੀ ਦੀ ਬਾਣੀ 31 ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ। ਔਰ ਪੰਚਮ ਗੁਰਦੇਵ ਜੀਆਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਬਾਣੀ ਵੀ 30 ਰਾਗਾਂ ਵਿੱਚ ਹੈ। ਸਭ ਤੋਂ ਵੱਧ ਬਾਣੀ ਪੰਚਮ ਗੁਰਦੇਵ ਜੀ ਦੀ ਹੈ। ਜਿਵੇਂ ਗਿਆਨੀ ਜੀ ਰਾਤਰੀ ਦੇ ਦੀਵਾਨ ਵਿੱਚ ਦੱਸ ਰਹੇ ਸਨ ਕਿ ਉਹਨਾਂ ਨੂੰ ਗੋਂਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸ੍ਰੀ ਮੁਖ ਤੋਂ ਇਹ ਬਚਨ ਕੀਤੇ ਸਨ, ਦੋਹਿਤਾ ਬਾਣੀ ਕਾ ਬੋਹਿਤਾ। ਉਹਨਾਂ ਦੀ ਵੱਧ ਬਾਣੀ, ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 30 ਰਾਗਾਂ ਵਿੱਚ ਪੰਚਮ ਗੁਰਦੇਵ ਦੀ ਬਾਣੀ ਹੈ। ਔਰ 30 ਰਾਗਾਂ ਦੇ ਵਿੱਚ ਹੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਹੈ ਜੀ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਹਰ 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 ਨਾਮ ਜਪਾ। ਇਹ 4 ਵਾਰ ਹਰ ਸ਼ਬਦ ਆਇਆ ਹੈ ਜੀ। ਔਰ ਮਹਾਰਾਜ ਸਾਹਿਬ ਨੇ ਆਖਿਆ, ਭਾਈ ਲਾਹਾ ਕਿਹੜਾ ਲੈਣਾ ਹੈ? ਨਾਮ ਦਾ ਲਾਹਾ। ਜਦੋਂ ਆਪਾਂ ਸੰਸਾਰ ਦੀ ਉਤਪਤੀ ਬਾਰੇ ਪੜ੍ਹਦੇ ਆ ਨਾ ਜੀ, ਤੇ ਸੰਸਾਰ ਦੀ ਉਤਪਤੀ ਮਹਾਰਾਜ ਸਾਹਿਬ ਨੇ ਸ਼ਬਦ ਤੋਂ, ਨਾਮ ਤੋਂ ਕੀਤੀ ਹੈ। ਕੀਤਾ ਪਸਾਓ ਏਕੋ ਕਵਾਓ। ਕਵਾਓ ਤੋਂ ਭਾਵ ਹੁੰਦਾ ਹੈ ਬੋਲ, ਸ਼ਬਦ, ਨਾਮ। ਫਿਰ ਮਹਾਰਾਜ ਸਾਹਿਬ ਨੇ ਤਿਸਤੇ ਹੋਏ ਲੱਖ ਦਰਿਆਓ। ਫਿਰ ਪਰ ਮਹਾਰਾਜ ਨੇ ਜਲ ਪੈਦਾ ਕੀਤਾ, ਪਾਣੀ ਪੈਦਾ ਕੀਤਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਜੋ ਆਰੰਭਤਾ ਹੈ ਨਾ ਜੀ, ਉਹ ਇੱਕ ਓੰਕਾਰ ਤੋਂ ਹੁੰਦੀ ਹੈ। ਜਿਹੜਾ ਇੱਕ ਹੈ ਨਾ ਜੀ, ਇੱਕ ਨਾਮੀ ਹੈ, ਤੇ ਓੰਕਾਰ ਨਾਮ ਹੈ। ਨਾਮੀ ਉਹ ਹੁੰਦਾ ਹੈ ਜਿਸ ਦਾ ਨਾਮ ਸਾਰੇ ਪਾਸੇ ਜਾਣਿਆ ਜਾਵੇ, ਪਰ ਨਾਮ ਦਾ ਜ਼ਰੀਆ ਕੀ ਹੈ? ਨਾਮੀ। ਇੱਕ ਨਾਮੀ ਤੇ ਓੰਕਾਰ ਜੋ ਜਰਰੇ ਜ਼ਰੇ ਵਿੱਚ, ਮੇਰੇ ਵਿੱਚ, ਤੁਹਾਡੇ ਵਿੱਚ ਅੰਡਜ ਜੇਰਜ ਸੇਤਜ ਉਤਪਜ ਨੂੰ ਪੈਦਾ ਕਰਕੇ ਤੇ ਉਹਦੇ ਵਿੱਚ ਸਮਾਇਆ ਹੋਇਆ ਹੈ। ਉਹ ਅਕਾਲ ਪੁਰਖ ਪ੍ਰਮਾਤਮਾ, ਉਹਦੇ ਬੇਅੰਤ ਹੀ ਨਾਮ ਹਨ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਇਹ ਗੱਲ ਕਹਿੰਦੀ ਹੈ ਵੀ ਬਾਕੀ ਜਿੰਨੇ ਵੀ ਨਾਮ ਹਨ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਬਾਕੀ ਮਹਾਰਾਜ ਸਾਹਿਬ ਅਕਾਲ ਪੁਰਖ ਪ੍ਰਮਾਤਮਾ ਜੀ ਤੁਹਾਡੇ ਜਿੰਨੇ ਵੀ ਨਾਮ ਹਨ, ਤੁਹਾਡੀ ਕੀਰਤਨ ਤੋਂ ਪਏ, ਤੁਹਾਡੇ ਸ੍ਰੇਸ਼ਟ ਕਰਮਾਂ ਤੋਂ ਪਏ। ਜਿਵੇਂ ਅੱਗੇ ਸ਼ਬਦ ਦਇਆਲ ਆਵੇਗਾ, ਦਇਆਲ ਤੋਂ ਭਾਵ ਜਿਹੜਾ ਦੀਨਾਂ ਤੇ ਦਇਆ ਕਰਨ ਵਾਲਾ ਹੈ।
ਹਰ ਇੱਕ ਤੇ ਮਿਹਰਾਮਤ ਕਰਨ ਵਾਲਾ ਹੈ। ਔਰ ਪ੍ਰਾਣ ਆਧਾਰਾ ਆਖਿਆ ਜਾਂਦਾ ਹੈ ਕਿਉਂਕਿ ਸਾਡੇ ਪ੍ਰਾਣਾਂ ਦਾ ਆਸਰਾ ਹੈ। ਉਹਨੂੰ ਗੋਪਾਲ ਆਖਿਆ, ਉਹਨੂੰ ਬੀਠਲ ਆਖਿਆ, ਉਹਨੂੰ ਮੁਰਾਰੀ ਆਖਿਆ, ਉਹਨੂੰ ਮਾਧੂ ਆਖਿਆ, ਉਹਨੂੰ ਨਾਰਾਇਣ ਆਖਿਆ। ਤੇ ਨਾਰਾਇਣ ਦੇ ਅਰਥ ਇਸ ਤਰ੍ਹਾਂ ਕੀਤੇ ਨੇ ਵਿਦਵਾਨਾਂ ਨੇ, ਨਰ ਆਇਣ, ਜਿਹੜਾ ਨਰਾਂ ਦੇ ਵਿੱਚ ਆਇਆ ਹੋਇਆ ਹੈ। ਗੁਰਬਾਣੀ ਵਿੱਚ ਸ੍ਰੀ ਆਸਾ ਜੀ ਕੀ ਵਾਰ ਵਿੱਚ ਆਪਾਂ ਰਾਗੀ ਸਿੰਘਾਂ ਪਾਸੋਂ ਇਹ ਸਰਵਣ ਕੀਤੀ ਹੈ ਪੌੜੀ, ਆਪੀ ਨੇ ਆਪ ਸਾਜਿਓ। ਉਹਨੇ ਆਪੇ ਤੋਂ ਸਾਰਾ ਸੰਸਾਰ ਸਾਜਿਆ। ਇਹ ਜਿੰਨਾ ਵੀ ਪਸਾਰਾ ਦਿਸ ਰਿਹਾ ਹੈ ਨਾ ਜੀ, ਇਹ ਪ੍ਰਮਾਤਮਾ ਨੇ ਆਪੇ ਤੋਂ ਪੈਦਾ ਕੀਤਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰੇ ਪਸਾਓ, ਤੂੰ ਜਾਣੋਈ ਸਭ ਸੇ, ਦੇ ਲੈਸੈ ਜਿੰਦ ਕਵਾਓ। ਮਹਾਰਾਜ ਸਾਹਿਬ ਤੂੰ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪ ਹੀ ਉਹਨਾਂ ਦੇ ਵਿੱਚ ਆਪਣੀ ਸੱਤਾ, ਆਪਣੀ ਤਾਕਤ, ਆਪਣੀ ਜਿੰਦ ਰੱਖਦਾ ਏ, ਤੇ ਆਪ ਹੀ ਉਹਨਾਂ ਦੇ ਵਿੱਚੋਂ ਆਪਣੀ ਜਿੰਦ ਕੱਢ ਲੈਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਬਚਨ ਦੀ ਖੁੱਲ੍ਹ ਕੇ ਵਿਆਖਿਆ ਕਰਦੇ ਨੇ। ਮਹਾਰਾਜ ਸਾਹਿਬ ਕਹਿੰਦੇ, ਨਾਨਕ ਲਿਲਾਰ ਲਿਖਿਆ ਸੋਏ, ਮੇਟ ਨਾ ਸਾਕੈ ਕੋਏ, ਕਲਾ ਧਰੈ। ਕਲਾ ਤੋਂ ਭਾਵ ਹੁੰਦਾ ਸ਼ਕਤੀ, ਜਾਂ ਪਰਮਾਤਮਾ ਦੀ ਅੰਸ਼ ਕਹਿ ਲਈਏ, ਆਤਮਾ ਕਹਿ ਲਈਏ, ਜੀਵਾਤਮਾ ਕਹਿ ਲਈਏ, ਹੰਸ ਕਹਿ ਲਈਏ। ਕਲਾ ਧਰੈ, ਉਹ ਸਾਡੇ ਸਰੀਰ ਵਿੱਚ ਸ਼ਕਤੀ ਰੱਖਦਾ ਏ। ਤੇ ਵੇਖੋ ਜਦੋਂ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਆਪਣੀ ਅੰਸ਼, ਆਪਣੀ ਤਾਕਤ, ਆਪਣੀ ਸੱਤਾ ਰੱਖੀ, ਇਹ ਜਿਹੜਾ ਮਿੱਟੀ ਦਾ ਪੁਤਲਾ ਹੈ ਨਾ ਸਾਡਾ ਸਰੀਰ ਜੀ, ਇਹ ਵੇਖਦਾ ਏ। ਕਿੰਨਾ ਚਿਰ ਵੇਖਦਾ? ਜਿੰਨਾ ਚਿਰ ਇਹਦੀ ਸੱਤਾ ਏ। ਇਹ ਸੁਣਦਾ ਏ, ਇਹ ਬੋਲਦਾ ਏ, ਇਹ ਖਾਂਦਾ ਏ, ਇਹ ਪੀਂਦਾ ਏ, ਇਹ ਚੱਲਦਾ ਫਿਰਦਾ ਹੈ ਤੇ ਇੱਕ ਮਿੱਟੀ ਦਾ ਪੁਤਲਾ। ਪਰ ਮਹਾਰਾਜ ਸਾਹਿਬ ਨੇ ਆਪਣੀ ਸੱਤਾ ਰੱਖ ਕੇ ਇਹਨੂੰ ਚੱਲਦਾ ਫਿਰਦਾ ਕਰ ਦਿੱਤਾ, ਇਹਨੂੰ ਬੋਲਣ ਵਾਲਾ ਕਰ ਦਿੱਤਾ, ਇਹਨੂੰ ਸਮਝਣ ਵਾਲਾ ਕਰ ਦਿੱਤਾ, ਇਹਨੂੰ 84 ਲੱਖ ਜੂਨਾਂ ਦਾ ਸਰਦਾਰ ਬਣਾ ਦਿੱਤਾ। ਕਦੋਂ ਬਣਿਆ? ਜਦੋਂ ਪ੍ਰਮਾਤਮਾ ਨੇ ਆਪਣੀ ਇਹਦੇ ਵਿੱਚ ਸੱਤਾ ਟਿਕਾਈ। ਉਹ ਅਕਾਲ ਪੁਰਖ ਪ੍ਰਮਾਤਮਾ ਦੇ ਬੇਅੰਤ ਹੀ ਨਾਮ ਹਨ। ਤੇ ਵੇਖੋ ਇਹ ਸਾਨੂੰ ਮਹਾਰਾਜ ਸਾਹਿਬ ਨੇ ਸੋਹਣਾ ਸਰੀਰ ਦਿੱਤਾ ਹੈ ਨਾ ਜੀ, ਇਹ ਕਾਹਦੇ ਵਾਸਤੇ? ਮਹਾਰਾਜ ਸਾਹਿਬ ਰੋਜ਼ਾਨਾ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਸਾਨੂੰ ਚੇਤਾ ਕਰਾਉਂਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਭਾਈ ਤੇਰੀ ਵਾਰੀ ਏ, ਉਸ ਧਰਤੀ ਦੇ ਮਾਲਕ ਖਸਮ ਪਰਮਾਤਮਾ, ਗੋ ਧਰਤੀ ਤੇ ਬਿੰਦ ਜਿਹਨੇ ਬਣਾਇਆ ਏ, ਉਹਨੂੰ ਮਿਲਣ ਦੀ। ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਤੈ ਨਾ ਕਾਮ। ਤੇ ਮਹਾਰਾਜ ਕੀ ਕਰੀਏ? ਸਤਿਗੁਰੂ ਜੀ ਕਹਿੰਦੇ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਹਰ 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 ਨਾਮ ਜਪਾਹਾ। ਔਰ ਸਾਧ ਸੰਗਤ ਕਮਾਲ ਦੀ ਗੱਲ, ਜਦੋਂ ਸੰਸਾਰ ਦੀ ਸਾਰੀ ਉਤਪਤੀ ਨੂੰ ਗਹੁ ਦੇ ਨਾਲ ਵਿਚਾਰਦੇ ਨਾ ਜੀ, ਤੇ ਸੰਸਾਰ ਦੋ ਪੱਖਾ ਨਜ਼ਰ ਆਵੇਗਾ। ਜਿਵੇਂ ਦਿਨ ਦਾ ਦੂਜਾ ਪਾਸਾ ਰਾਤ, ਦੁੱਖ ਨਾਲ ਸੁੱਖ ਖੜਾ ਏ, ਖੁਸ਼ੀ ਨਾਲ ਗਮੀ ਖੜੀ ਏ। ਜੇ ਤੰਦਰੁਸਤਾਂ ਤੇ ਬਿਮਾਰੀ ਵੀ ਆਵੇਗੀ, ਜੇ ਅਮੀਰ ਏ ਤੇ ਗਰੀਬੀ ਦਾ ਖਤਰਾ ਰਹਿੰਦਾ ਹੈ। ਕਈ ਮਹਾਰਾਜ ਸਾਹਿਬ ਦੀ ਮਿਹਰਾਮਤ ਦੇ ਨਾਲ ਗਰੀਬ ਤੋਂ ਕੁਝ ਦਿਨਾਂ ਵਿੱਚ ਹੀ ਬਦਲ ਫੇਰ ਦੇ ਨਾਲ ਅਮੀਰ ਹੋ ਜਾਂਦੇ। ਤੇ ਉਹਦੀ ਕਿਰਪਾ ਹੈ ਨਾ ਜੀ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਤ ਤੇ ਪੰਡਤ, ਕਰਬੋ ਪੰਡਤ ਦੇ ਮੁਗਦਾਰੀ। ਤੋ ਸਾਰਾ ਸੰਸਾਰ ਦੋ ਪੱਖਾ ਹੈ। ਜਿਵੇਂ ਇੱਕ ਪੱਖ ਜਨਮ ਵਾਲਾ ਤੇ ਦੂਜਾ ਪੱਖ ਮੌਤ ਵਾਲਾ। ਜਾਂ ਇੱਦਾਂ ਕਹਿ ਲਈਏ ਸਮਝਣ ਵਾਸਤੇ ਵੀ ਸੰਸਾਰ ਇਹ ਕੋਠੀ ਹੈ, ਇਹ ਕੋਠੀ ਨੂੰ ਮਹਾਰਾਜ ਨੇ ਦੋ ਦਰਵਾਜ਼ੇ ਲਾ ਦਿੱਤੇ। ਜਨਮ ਲੈ ਕੇ ਇਸ ਸੰਸਾਰ ਰੂਪੀ ਕੋਠੀ ਵਿੱਚ ਅਸੀਂ ਐਂਟਰ ਹੋ ਰਹੇ ਹਾਂ, ਤੇ ਮਹਾਰਾਜ ਸਾਹਿਬ ਨੇ ਸਵਾਸਾਂ ਦੀ ਮੁਨਿਆਦ ਦੇ ਕੇ ਸੰਸਾਰ ਤੇ ਭੇਜਿਆ। ਜਿੱਦਣ ਉਹ ਮਿਥਿਆ ਹੋਇਆ ਸਾਹ ਪੁੱਗੇਗਾ, ਸੰਸਾਰ ਨੂੰ ਛੱਡਣਾ ਪਵੇਗਾ। ਤੇ ਮਹਾਰਾਜ ਤਾਂ ਚੇਤੇ ਕਰਾਉਂਦੇ, ਭਾਈ ਇਹ ਸਰੀਰ ਰੂਪੀ ਜਰੀਆ ਮਿਲਿਆ ਇਹ ਪ੍ਰਮਾਤਮਾ ਰੂਪੀ ਮੰਜ਼ਿਲ ਪ੍ਰਾਪਤ ਕਰਨ ਦੇ ਲਈ। ਮਹਾਰਾਜ ਸਾਹਿਬ ਜੇ ਜਨਮ ਦੇ ਨਾਲ ਮੌਤ ਦੇ, ਦੁੱਖ ਦੇ ਨਾਲ ਸੁੱਖ ਹੈ, ਖੁਸ਼ੀ ਨਾਲ ਗਮੀ ਹੈ, ਦੋਸਤ ਹੈ ਤੇ ਦੂਜੇ ਪਾਸੇ ਦੁਸ਼ਮਣ ਵੀ ਹਨ। ਜੇ ਪ੍ਰੇਮ ਕਰਨ ਵਾਲੇ ਹਨ ਤੇ ਈਰਖਾ ਕਰਨ ਵਾਲੇ ਹਨ। ਪਾਤਸ਼ਾਹ ਜੀ ਕੁਝ ਸੱਚਾ ਵੀ ਹੈ। ਤੇ ਮਹਾਰਾਜ ਸਾਹਿਬ ਸਹਿਸਕ੍ਰਿਤੀ ਬਾਣੀ ਅੰਦਰ ਬਚਨ ਕਰਦੇ, ਹਾਂ ਭਾਈ
ਜੇ ਸੰਸਾਰ ਦੇ ਦੋ ਪੱਖ ਹਨ, ਇੱਕ ਦੇ ਨਾਲ ਦੂਜਾ ਪਿਆਰ ਖੜਾ ਏ, ਤੇ ਇੱਕ ਚੀਜ਼ ਮਹਾਰਾਜ ਸਾਹਿਬ ਸੱਚੀ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ। ਤੇ ਮਹਾਰਾਜ ਕਹਿੰਦੇ ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ, ਊਚੰ ਤਾਂ ਨੀਚੰ, ਨਾਨਾ ਸੋ ਮੂਚੰ, ਰਾਜੰ ਤਾਂ ਮਾਣੰ, ਅਵਮਾਨੰ ਤਾਂ ਹੀਨੰ, ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਪ੍ਰਵਿਰਤ ਤੋਂ ਭਾਵ ਹੁੰਦਾ ਹੈ ਵੀ ਕਿਸੇ ਦੇ ਹੱਥਾਂ ਵਿੱਚ ਪ੍ਰਵਿਰਤ ਹੋ ਜਾਣਾ, ਜਾਂ ਕਈ ਵਾਰੀ ਆਪਾਂ ਸ਼ਬਦ ਵਰਤਦੇ ਨਾ ਜੀ, ਫਲਾਨਾ ਫਲਾਣੇ ਦੇ ਹੱਥੀਂ ਚੜਿਆ, ਜੋ ਕਹਿੰਦਾ ਉਹੀ ਕਰਦਾ ਹੈ। ਤਾਂ ਪ੍ਰਵਿਰਤ ਤੋਂ ਭਾਵ ਹੁੰਦਾ ਹੈ ਵੀ ਕਿਸੇ ਦੇ ਅਧੀਨ ਹੋ ਜਾਣਾ। ਜੀਵ ਜਨਮ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਮਾਇਆ ਦੇ ਹੱਥਾਂ ਵਿੱਚ ਹੀ ਖੇਡਦਾ ਹੈ। ਮਾਇਆ ਦੇ ਹੱਥਾਂ ਵਿੱਚ ਪ੍ਰਵਿਰਤ ਹੋਣਾ ਕੀ ਹੁੰਦਾ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਮਹਾਰਾਜ ਸਾਹਿਬ 10 ਹਾਲਤਾਂ ਦੇ ਵਿੱਚ ਵੰਡ ਕੇ ਦੱਸਦੇ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਹੈ ਮਾਏ ਬਾਪ ਕੀ ਸੁਧ, ਤੀਜਾ ਹੈ ਭਈਆ ਭਾਬੀ ਬੇਬ, ਚੌਥਾ ਹੈ ਪਿਆਰ ਉਪੰਨੀ ਖੇਡ, ਪੰਜਵਾਂ ਹੈ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉੱਭੇ ਸਾ, ਦਸਵੇਂ ਦੱਦਾ ਹੋਆ ਸਵਾ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਤੋ ਇੱਥੇ ਸਾਧ ਸੰਗਤ ਜਦੋਂ ਜੀਵ ਜਨਮ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਮਾਇਆ ਦੇ ਹੱਥਾਂ ਵਿੱਚ ਖੇਡਦਾ ਹੈ, ਉਦੋਂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ ਜੀ, ਉਹ ਵਿਸਰ ਜਾਂਦਾ ਹੈ। ਮਹਾਰਾਜ ਸਾਹਿਬ ਗੁਰਬਾਣੀ ਵਿੱਚ ਸਾਨੂੰ ਵਾਰ-ਵਾਰ ਦ੍ਰਿੜ ਕਰਵਾਉਂਦੇ। ਤੋ ਪਾਤਸ਼ਾਹ ਜੀ ਕਹਿੰਦੇ ਭੋਗੰ ਤਾਂ ਰੋਗੰ, ਹਰਕੰ ਤਾਂ ਸੋਗੰ, ਊਚੰ ਤਾਂ ਨੀਚੰ, ਨਾਨਾ ਸੋ ਮੂਚੰ, ਰਾਜੰ ਤਾਂ ਮਾਣੰ, ਅਵਮਾਨੰ ਤਾਂ ਹੀਨੰ, ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਪਰ ਪਾਤਸ਼ਾਹ ਨੇ ਸੰਪੂਰਨਤਾ ਤੇ ਆਖਿਆ ਗੋਬਿੰਦ ਭਜਨ ਸਾਧ ਸੰਗੇਨ ਅਸਤਰੰ, ਨਾਨਕ ਭਗਵੰਤ ਭਜਨਾਸਨੰ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦਾ ਜਿਹੜਾ ਭਜਨ ਸੰਗਤ ਵਿੱਚ ਬੈਠ ਕੇ ਕਰ ਲੇਗਾ, ਜਾਂ ਦੂਜੇ ਸ਼ਬਦਾਂ ਵਿੱਚ ਸਤ ਸੰਗਤ ਦੇ ਵਿੱਚੋਂ ਜਿਹੜਾ ਭਜਨ ਦਾ ਭੋਜਨ ਕਰ ਲੈਂਦਾ ਹੈ ਨਾ ਜੀ, ਉਸ ਭਜਨ ਦੇ ਕੀਤੇ ਹੋਏ ਭੋਜਨ ਦਾ ਕਦੀ ਨਾਸ ਨਹੀਂ ਹੁੰਦਾ। ਕਿਉਂਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਕਹਿੰਦੇ ਪ੍ਰਮਾਤਮਾ ਦੇ ਭਜਨ ਦਾ ਭੋਜਨ ਜਿੰਨੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਕਰ ਲਿਆ ਨਾ ਜੀ, ਉਹਨੂੰ ਚੋਰ ਚੋਰੀ ਨਹੀਂ ਕਰ ਸਕਦਾ, ਉਹਨੂੰ ਅੱਗ ਸਾੜ ਨਹੀਂ ਸਕਦੀ, ਔਰ ਉਹਨੂੰ ਜਲ ਡੋਬ ਨਹੀਂ ਸਕਦਾ। ਪੰਚਮ ਗੁਰਦੇਵ ਜੀ ਬੜਾ ਪਿਆਰਾ ਬਚਨ ਕਰਦੇ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਅੰਦਰ। ਕਹਿੰਦੇ ਭਾਈ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਵਾਰ-ਵਾਰ ਨਾਮ ਦੀ ਵਿਆਖਿਆ ਕਰਕੇ ਤੈਨੂੰ ਆਖਿਆ ਨਾਮ ਦੇ ਨਾਲ ਜੁੜ ਜਾ, ਕਿਉਂਕਿ ਜਿੱਥੇ ਭੈਣ ਭਰਾ ਮਾਤਾ ਪਿਤਾ ਦੋਸਤ ਮਿੱਤਰਦਾਰ ਮਿੱਤਰ ਰਿਸ਼ਤੇਦਾਰ ਜਾਂ ਸੰਪਤੀ ਨੇ ਕੰਮ ਨਹੀਂ ਨਾ ਆਉਣਾ, ਉੱਥੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ ਖੜੇਗਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਤਾਂ ਆਖਿਆ ਗੁਰਮੁਖ ਨਾਮ ਜਪੋ ਮਨ ਮੇਰੇ, ਮਹਾਰਾਜ ਮਿਲੇਗਾ ਕੀ? ਸਤਿਗੁਰੂ ਜੀ ਕਹਿੰਦੇ ਨਾਨਕ ਪਾਵੋ ਸੂਖ ਘਨੇਰੇ। ਭਾਈ ਬਹੁਤੇ ਸੁੱਖ ਮਿਲਣਗੇ। ਇੱਕ ਮੈਂ ਛੋਟੀ ਜੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦਿਆਂ। ਇੱਕ ਸਾਧ ਸੰਗਤ ਪੰਡਤ ਹੋਇਆ ਏ ਨਿਤਿਆਨੰਦ, ਉਹਦੀ 135 ਸਾਲ ਦੇ ਕਰੀਬ ਉਮਰ ਜੀ, ਔਰ ਉਹ ਪਹਿਲੋਂ ਲਿਖਦੇ ਨੇ ਵੀ ਮੇਰੀ ਜਿਹੜੀ ਅਵਸਥਾ ਹੈ ਨਾ ਹੁਣ ਲਿਖਣ ਵਾਲੀ ਨਹੀਂ, ਪਰ ਫਿਰ ਵੀ ਮੈਨੂੰ ਕੁਝ ਰੱਬ ਦੇ ਪਿਆਰਿਆਂ ਨੇ ਕੰਪੈਲ ਕੀਤਾ, ਵਾਰ-ਵਾਰ ਆਖਿਆ ਨਹੀਂ ਤੁਹਾਨੂੰ ਲਿਖਣਾ ਚਾਹੀਦਾ, ਤੇ ਮੇਰੇ ਮਨ ਵਿੱਚ ਵੀ ਫੁਰਨਾ ਬਣਿਆ, ਹਾਂ
ਕੁਝ ਲਿਖ ਦੇਣਾ ਚਾਹੀਦਾ ਹੈ। ਮੇਰੇ ਤਜਰਬੇ ਨੂੰ ਪੜ੍ਹ ਕੇ ਜੇ ਕੋਈ 2-4 ਪ੍ਰਾਣੀ ਵੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ, ਮੇਰਾ ਲਿਖਿਆ ਸਾਰਥਕ ਹੋ ਜਾਵੇਗਾ। ਫਿਰ ਉਹ ਲਿਖਦੇ ਨੇ ਵੀ ਉਦੋਂ ਮੇਰੀ 5 ਸਾਲ ਦੀ ਉਮਰ ਸੀ, ਅੱਜ 135 ਸਾਲ ਦੀ ਉਮਰ ਹੈ, ਤੇ 5 ਸਾਲ ਦੀ ਉਮਰ ਦਾ ਜਿਹੜਾ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਇੱਕ ਜਗਿਆਸੂ ਵਾਲਾ, ਪ੍ਰਮਾਤਮਾ ਨੂੰ ਮਿਲਾਪ ਦੇ ਰਾਹ ਵਾਲਾ। ਉਹ ਲਿਖਦੇ ਨੇ ਵੀ ਜਦੋਂ ਮੇਰੀ 5 ਸਾਲ ਦੀ ਉਮਰ ਸੀ, ਮੈਂ ਆਪਣੇ ਘਰ ਵਿੱਚ ਪਰਿਵਾਰ ਨਾਲ ਰਹਿੰਦਾ ਸਾਂ। ਮੇਰੇ ਨਾਲ ਮੇਰੇ ਹੋਰ 3 ਭਰਾ ਸੀ, ਮਾਤਾ ਪਿਤਾ ਸੀ। ਹਾਂ, ਮੇਰੇ ਮਾਤਾ ਪਿਤਾ ਬੜੀ ਭਾਵਨਾ ਵਾਲੇ ਸਨ, ਰੱਬ ਦੇ ਪਿਆਰਿਆਂ ਦਾ ਸਨਮਾਨ ਕਰਦੇ ਸਨ, ਉਹਨਾਂ ਦੀ ਸੇਵਾ ਕਰਦੇ ਸਨ, ਉਹਨਾਂ ਦੇ ਬਚਨ ਨੂੰ ਮੰਨਦੇ ਸਨ, ਮੋੜ ਕੇ ਜਵਾਬ ਨਹੀਂ ਸੀ ਦਿੰਦੇ। ਤੇ ਅਚਾਨਕ ਕਹਿੰਦੇ ਇੱਕ ਦਿਨ ਸਾਡੇ ਦਰਵਾਜ਼ੇ ਤੇ ਇਹ ਆਵਾਜ਼ ਪਈ ਵੀ ਮੇਰੀ ਅਮਾਨਤ ਮੈਨੂੰ ਦੇ ਦਿਓ। ਕਹਿੰਦੇ ਉਹ ਸਾਹਮਣੇ ਪੰਡਤ ਸਨ ਸਤਿਆਨੰਦ ਜੀ। ਤੋ ਕਹਿੰਦੇ ਵੀ ਜਦੋਂ ਉਹਨਾਂ ਨੇ ਆਵਾਜ਼ ਮਾਰੀ, ਅਸੀਂ ਸਾਰੇ ਉਹਨਾਂ ਵੱਲ ਤੱਕਿਆ ਤੇ ਸਾਡੇ ਮਨ ਦੇ ਵਿੱਚ ਇੱਕ ਸਵਾਲ ਸੀ, ਚਾਹੇ ਜ਼ੁਬਾਨ ਤੋਂ ਸਵਾਲ ਨਹੀਂ ਕੀਤਾ, ਵੀ ਇਹਨਾਂ ਕਦੀ ਕੋਈ ਚੀਜ਼ ਸਾਨੂੰ ਫੜਾਈ ਨਹੀਂ, ਫਿਰ ਜਦੋਂ ਕੋਈ ਵਸਤੂ ਦਿੱਤੀ ਨਹੀਂ, ਅਮਾਨਤ ਕਿਹੜੀ ਮੰਗਦੇ ਨੇ। ਕਹਿੰਦੇ ਮੇਰੇ ਪਿਤਾ ਜੀ ਨੇ ਦੋਵੇਂ ਹੱਥ ਜੋੜੇ ਤੇ ਉਹਨਾਂ ਦੇ ਚਰਨਾਂ ਵਿੱਚ ਢਹਿ ਪਏ ਵੀ ਕੋਈ ਸਮਝ ਨਹੀਂ ਆਉਂਦਾ। ਕਹਿੰਦੇ ਉਹਨਾਂ ਨੇ ਕਾਹਲੀ ਕਾਹਲੀ ਕਦਮ ਪੁੱਟੇ, ਸਮਝ ਗਏ। ਕਈ ਵਾਰੀ ਸਾਧ ਸੰਗਤ ਅਸੀਂ ਇੱਕ ਦੂਜੇ ਦੇ ਹਾਵ ਭਾਵ ਤੋਂ ਜਾਣ ਜਾਂਦੇ ਹਾਂ ਵੀ ਇਹ ਕਹਿਣਾ ਕੀ ਚਾਹੁੰਦਾ ਹੈ। ਤੋ ਕਹਿੰਦੇ ਉਹਨਾਂ ਨੇ ਬਿਲਕੁਲ ਮੇਰੇ ਲਾਗੇ ਆ ਕੇ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ, ਕਹਿਣ ਲੱਗੇ ਇਹ ਸਾਡੀ ਇਮਾਨਤ ਹੈ। ਫਿਰ ਉਹ ਲਿਖਦੇ ਨੇ ਵੀ ਸੌਖਾ ਨਹੀਂ ਹੁੰਦਾ ਵੀ 5 ਸਾਲ ਦਾ ਪੁੱਤਰ ਪਾਲ ਪਲੋਸ ਕੇ ਕਿਸੇ ਨੂੰ ਇੱਕਦਮ ਸੌਂਪ ਦੇਣਾ, ਜਿਗਰ ਦਾ ਟੁਕੜਾ ਹੁੰਦਾ ਹੈ ਆਖਰ ਨੂੰ। ਕਹਿੰਦੇ ਅਸੀਂ ਸਾਰੇ ਸ਼ਾਂਤ ਰਹੇ, ਔਰ ਉਹ ਫਿਰ ਜਾਣ ਲੱਗਿਆ ਕਹਿ ਕੇ ਤੁਰਦੇ ਬਣੇ ਵੀ ਮੇਰੀ ਅਮਾਨਤ ਮੈਨੂੰ ਸੌਂਪ ਆਇਓ ਜੀ। ਕਹਿੰਦੇ ਮੇਰੇ ਮਾਤਾ ਪਿਤਾ ਜੀ ਸ਼ਾਮ ਨੂੰ ਉਹ ਨਗਰ ਦੇ ਬਾਹਰ ਬਾਰੇ ਕੁਟੀਆ ਵਿੱਚ ਰਹਿੰਦੇ ਸਨ, ਉਹਨਾਂ ਦੇ ਪਾਸ ਗਏ। ਲੰਮਾ ਸਮਾਂ ਪਤਾ ਨਹੀਂ ਕੀ ਗੱਲਬਾਤ ਚੱਲੀ, ਕੀ ਗੁਫ਼ਤਗੂ ਹੋਈ। ਮੇਰੇ ਮਾਤਾ ਪਿਤਾ ਨੇ ਮੈਨੂੰ ਆ ਕੇ ਕਹਿ ਦਿੱਤਾ ਵੀ ਤੁਹਾਨੂੰ ਕੱਲ੍ਹ ਨੂੰ ਉਹਨਾਂ ਦੇ ਪਾਸ ਜਾਣਾ ਪਵੇਗਾ, ਅਸੀਂ ਛੱਡ ਆਵਾਂਗੇ। ਕਹਿੰਦੇ ਬਿਲਕੁਲ ਉਸੇ ਤਰ੍ਹਾਂ ਹੋਇਆ। ਮੈਨੂੰ ਅਗਲੇ ਦਿਨ ਮੇਰੇ ਮਾਤਾ ਪਿਤਾ ਜੀ ਉਹਨਾਂ ਪਾਸ ਕੁਟੀਆ ਵਿੱਚ ਛੱਡ ਆਏ। ਤੋ ਕਹਿੰਦੇ ਮਹੀਨਾ ਕੁ ਮੈਂ ਆਪਣੇ ਨਗਰ ਵਿੱਚ ਉਹਨਾਂ ਦੇ ਨਾਲ ਰਿਹਾ। ਮੁੜ ਕੇ ਕਾਂਸੀ, ਮਦਰਾਸ, ਉੜੀਸਾ, ਬੰਬਈ, ਵੱਖ-ਵੱਖ ਇਲਾਕਿਆਂ ਤੇ ਬੈਠ ਕੇ ਅਸੀਂ ਇਕਾਂਤ ਵਿੱਚ ਤਪੱਸਿਆ ਕੀਤੀ ਤੇ ਬੜੇ ਤਪਸਵੀ ਸਾਧੂਆਂ ਦੀ ਸੰਗਤ ਕੀਤੀ। ਕਹਿੰਦੇ ਜੋ ਇੱਕ ਮਾਤਾ ਪਿਤਾ ਜਾਂ ਇੱਕ ਉਸਤਾਦ ਆਪਣੇ ਬੱਚੇ ਨੂੰ ਸਭ ਤੋਂ ਵਧੀਆ ਸਿਖਲਾਈ ਦੇ ਸਕਦਾ ਹੈ, ਉਹ ਸਾਰੀ ਸਿਖਲਾਈ ਮੇਰੇ ਉਸਤਾਦ ਜੀ ਨੇ ਮੈਨੂੰ ਦਿੱਤੀ। ਔਰ ਕਹਿੰਦੇ ਜਦੋਂ ਬੜਾ ਲੰਮਾ ਸਮਾਂ ਅਸੀਂ ਬੰਦਗੀ ਕੀਤੀ, ਸਿੱਖਿਆ, ਵਿਦਿਆ ਪ੍ਰਾਪਤ ਕੀਤੀ, ਤੇ ਇੱਕ ਦਿਨ ਉਹਨਾਂ ਦਾ ਸੰਕਲਪ ਬਣਿਆ ਵੀ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਾਣਾ ਹੈ। ਉੱਥੇ ਉਹਨਾਂ ਦਾ ਇੱਕ ਮਿੱਤਰ ਰਹਿੰਦਾ ਸੀ ਜਿਸ ਦਾ ਨਾਮ ਬ੍ਰਹਮਾਨੰਦ ਸੀ। ਕਹਿੰਦੇ ਉਹਨਾਂ ਦੇ ਪਾਸ ਗਏ, ਉਹਨਾਂ ਦੇ ਨਾਲ ਕੁਝ ਵਿਚਾਰਾਂ ਹੋਈਆਂ ਤੇ ਇੱਕ ਦਿਨ ਉਹ ਕਹਿੰਦੇ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਚੱਲੀਏ। ਕਹਿੰਦੇ ਉਹਨਾਂ ਦਾ ਬਚਨ ਮੰਨਦੇ ਹੋਏ ਅਸੀਂ ਚਲੇ ਗਏ। ਜਦੋਂ ਪ੍ਰਕਰਮਾ ਵਿੱਚ ਪ੍ਰਵੇਸ਼ ਹੋਏ, ਬੜਾ ਲੰਮਾ ਸਮਾਂ ਬੰਦਗੀ ਕੀਤੀ ਸੀ। ਜਿੰਨਾ ਰਸ ਆਨੰਦ ਉੱਥੇ ਨਾਮ ਜਪਣ ਦਾ ਆਇਆ, ਉਹ ਪਹਿਲਾਂ ਕਦੀ ਮਹਿਸੂਸ ਨਹੀਂ ਸੀ ਕੀਤਾ। ਫਿਰ ਕਹਿੰਦੇ ਉੱਥੇ ਅਸੀਂ ਬੈਠ ਕੇ ਨਾਮ ਦਾ ਲਾਹਾ ਲਿਆ, ਕੀਰਤਨ ਸਰਵਣ ਕੀਤਾ, ਗੁਰਮੁਖਾਂ ਦੇ ਦਰਸ਼ਨ ਕੀਤੇ। ਫਿਰ ਕਹਿੰਦੇ ਉੱਥੋਂ ਵਾਪਸ ਅਸੀਂ ਜਦੋਂ ਕਾਂਸੀ ਆਏ, ਇੱਕ ਦਿਨ ਬੈਠੇ ਤੇ ਕਹਿੰਦੇ ਮੈਂ ਕੀ ਵੇਖਿਆ ਵੀ ਮੇਰੇ ਉਸਤਾਦ ਜੀ ਦੇ ਨੇਤਰ ਛਲਕ ਰਹੇ ਨੇ, ਉਹਨਾਂ ਦੇ ਨੇਤਰਾਂ ਦੇ ਵਿੱਚ ਜਾਲੇ। ਤੇ ਮੈਂ ਸਵਾਲ ਕੀਤਾ ਵੀ ਕੀ ਕੋਈ ਮੋਹ ਜਾਗ ਪਿਆ? ਕਹਿੰਦੇ ਨਹੀਂ, ਮੋਹ ਨਹੀਂ ਜਾਗਿਆ। ਫਿਰ ਕਹਿੰਦੇ ਕਾਰਨ ਕੀ? ਕਿਹਨਾਂ ਦਾ ਕਮਾਲ ਦਾ ਬਚਨ ਸੀ। ਕਹਿੰਦੇ ਸਾਰੀ ਉਮਰ ਖਾਕ ਛਾਣੀ, ਸਿਆਣੇ ਹੋ ਵੀ ਖਾਕ ਛਾਣੀ ਹੈ ਤੇ ਉਹਦੇ ਵਿੱਚੋਂ ਕੋਈ ਨਿਕਲਦਾ ਨਹੀਂ। ਕਹਿੰਦੇ ਸਾਰੀ ਉਮਰ ਖਾਕ ਛਾਣੀ, ਹੁਣ ਤੱਤ ਵਸਤੂ ਦਾ, ਤੱਤ ਸਾਰ ਦਾ ਪਤਾ ਲੱਗਾ ਏ ਤੇ ਸਰੀਰ ਦੇ ਬਿਣਸਣ ਦਾ ਸਮਾਂ ਆ ਗਿਆ ਏ। ਕਹਿਣ ਲੱਗੇ, ਮੈਂ ਪੁੱਛਿਆ ਹੁਣ? ਕਹਿਣ ਲੱਗੇ, ਉਹਨਾਂ ਆਖਿਆ ਵੀ ਹੁਣ ਅਗਲੇ ਜਨਮ ਦੇ ਵਿੱਚ ਸਿੱਖਾਂ ਦੇ ਘਰ ਵਿੱਚ ਜਨਮ ਲੈਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵੱਲੋਂ ਸਾਜੇ ਨਵਾਜੇ ਪੰਜਾਂ ਦੇ ਪਾਸੋਂ ਖੰਡੇ ਦੀ ਪਹੁਲ ਲੈਣੀ ਪਵੇਗੀ, ਫਿਰ ਜਾ ਕੇ ਕਲਿਆਣ ਹੋਵੇਗੀ। ਤੇ ਨਾਲ ਉਹਨਾਂ ਨੇ ਇਹ ਬਚਨ ਆਖੇ,
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਧਰਮ ਮੁਕੰਮਲ ਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਮਰਜ਼ਾਦਾ ਜੋ ਮਹਾਰਾਜ ਨੇ ਜੀਵਨ ਜਾਚ ਬਖਸ਼ਿਸ਼ ਕੀਤੀ ਜੀ, ਜੋ ਨੇਮ ਬਖਸ਼ਿਆ, ਜੋ ਕਕਾਰਾਂ ਦੀ ਰਹਿਤ ਬਖਸ਼ੀ, ਕਹਿਣ ਲੱਗੇ ਉਹ ਅੰਮ੍ਰਿਤ ਏ। ਇੰਨੇ ਬਚਨ ਕਹਿੰਦੇ ਆਇਆ ਉਹਨਾਂ ਨੇ ਪ੍ਰਾਣ ਤਜ ਦਿੱਤੇ। ਤੋ ਸਾਧ ਸੰਗਤ ਜਿਹੜਾ ਜੀਵਨ ਮਿਲਿਆ ਨਾ, ਜੀਵਨ ਇਹ ਪ੍ਰਮਾਤਮਾ ਦੇ ਨਾਮ ਜਪਣ ਵਾਸਤੇ ਮਿਲਿਆ ਏ। ਸਰੀਰ ਜਰੀਆ ਏ, ਮੰਜ਼ਿਲ ਪ੍ਰਮਾਤਮਾ ਹੈ। ਘਰ ਪਰਿਵਾਰ ਸੁੱਖ ਸੰਪਤੀ ਸਹੂਲਤਾਂ ਇੱਕ ਜਰੀਆ ਹੋ ਸਕਦਾ ਹੈ ਪਰ ਮੰਜ਼ਿਲ ਨਹੀਂ। ਤੇ ਜਿਹੜਾ ਜਰੀਏ ਵਿੱਚ ਉਲਝ ਜਾਵੇ ਉਹ ਕਦੀ ਮੰਜ਼ਿਲ ਤੇ ਨਹੀਂ ਜੇ ਪਹੁੰਚਦਾ। ਜਿਵੇਂ ਉਦਾਹਰਨ ਦੇ ਲਈ ਆਪ ਜੀ ਕੋਈ ਮੋਟਰਸਾਈਕਲ ਤੇ ਚੱਲ ਕੇ ਆਇਆ ਹੋਗਾ, ਕੋਈ ਗੱਡੀ ਤੇ ਚੱਲ ਕੇ ਆਇਆ ਹੋਗਾ, ਉਹ ਇੱਕ ਜਰੀਆ ਸੀ ਨਾ। ਜੇ ਆਪਾਂ ਜਰੀਏ ਵਿੱਚ ਬੈਠੇ ਰਹਿੰਦੇ ਤੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਵਿੱਚ ਸਾਡੀ ਹਾਜ਼ਰੀ ਨਹੀਂ ਸੀ ਲੱਗਣੀ। ਇਸੇ ਤਰ੍ਹਾਂ ਸੰਸਾਰਕ ਸਹੂਲਤਾਂ ਘਰ ਪਰਿਵਾਰ ਜਰੀਆ ਏ, ਮੰਜ਼ਿਲ ਪ੍ਰਮਾਤਮਾ ਹੈ। ਜਿਨ੍ਹਾਂ ਨੂੰ ਮੰਜ਼ਿਲ ਦੀ ਸੋਝੀ ਆ ਜਾਂਦੀ ਸਾਧ ਸੰਗਤ ਉਹੀ ਮੰਜ਼ਿਲ ਤੇ ਪਹੁੰਚਦੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਭ ਤੋਂ ਵੱਧ ਵਿਆਖਿਆ ਨਾਮ ਦੀ ਜੇ। ਦੂਜੇ ਨੰਬਰ ਤੇ ਮਹਾਰਾਜ ਸਾਹਿਬ ਨੇ ਉਹਨਾਂ ਦੀ ਵਡਿਆਈ ਕੀਤੀ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਨਾਮ ਵਸ ਗਿਆ। ਤੇ ਤੀਜੀ ਮੌਤ ਦੀ ਵਿਆਖਿਆ ਹੈ। ਕਮਾਲ ਦੀ ਗੱਲ, ਮੌਤ ਦੀ ਵਿਆਖਿਆ ਮੌਤ ਚੇਤੇ ਕਰਾ ਕੇ ਮਹਾਰਾਜ ਕੀ ਕਹਿੰਦੇ, ਭਾਈ ਨਾਮ ਦੇ ਨਾਲ ਜੁੜ ਜਾ। ਤੋ ਅੱਜ ਦੇ ਸ਼ਬਦ ਵਿੱਚ ਮਹਾਰਾਜ ਸਾਹਿਬ ਨਾਮ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ ਨੇ, ਹਰ 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 ਨਾਮ ਜਪਾਹਾ। ਹਰ ਤੋਂ ਭਾਵ ਉਹ ਹਰੀ ਪ੍ਰਮਾਤਮਾ। ਦੂਜਾ ਹਰ ਸਾਡੇ ਦੁੱਖਾਂ ਨੂੰ ਹਰਨ ਵਾਲਾ। ਤੀਜਾ ਸਾਡੇ ਸੰਸਿਆਂ ਨੂੰ ਹਰਨ ਵਾਲਾ। ਸਾਡੇ ਸਾਧ ਸੰਗਤ ਜਿੰਨੇ ਵੀ ਬੰਧਨ ਹਨ ਉਹਨਾਂ ਨੂੰ ਹਰਨ ਨਾਸ਼ ਕਰਨ ਵਾਲਾ ਪ੍ਰਮਾਤਮਾ ਦਾ ਨਾਮ ਹੈ। ਜਪਾਹਾ ਤੋਂ ਭਾਵ ਉਹਨੂੰ ਜਪਣਾ ਕਰੋ। ਗੁਰਮੁਖ ਨਾਮ ਸਦਾ ਲੈ ਲਾਹਾ। ਗੁਰਮੁਖ ਸਾਧ ਸੰਗਤ ਕੌਣ ਹੈ ਜੀ? ਜਿਹਦੀ ਸੋਚ ਦੇ ਵਿੱਚ ਗੁਰੂ ਦੀ ਮੱਧ ਮੁਖੀ ਹੈ, ਜਾਂ ਕਹਿ ਲਈਏ ਵੀ ਜਿਹਦੀ ਬਿਰਤੀ ਦਾ ਮੁਖ ਗੁਰੂ ਦੇ ਵੱਲ ਹੈ, ਉਹ ਗੁਰਮੁਖ ਹੈ। ਭਾਈ ਗੁਰੂ ਦੀ ਮੱਤ ਲੈ ਕਰਕੇ ਆਪਣੀ ਬਿਰਤੀ ਦੇ ਵਿੱਚ ਗੁਰੂ ਸਾਹਿਬ ਦੀ ਮਰਜ਼ਾਦਾ ਸਿਧਾਂਤ ਵਿਚਾਰਧਾਰਾ ਨੂੰ ਮੁਖੀ ਕਰਕੇ ਉਹ ਪ੍ਰਮਾਤਮਾ ਦਾ ਨਾਮ ਜਪਿਆ ਕਰ। ਫਿਰ ਮਹਾਰਾਜ ਸਾਹਿਬ ਸੂਹੀ ਰਾਗ ਦੇ ਅੰਦਰ ਨਾਮ ਜਪਣ ਦੀ ਸਾਧ ਸੰਗਤ ਜਿਹੜੀ ਇੱਕ ਤਰਕੀਬ ਇਹਨਾਂ ਉਹ ਸਿਖਾਉਂਦੇ ਨੇ। ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ। ਦੁੱਧ ਕਰਮ ਫੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ। ਇਹੋ ਮਨ ਈਟੀ ਹਾਥ ਕਰੋ ਹੁਣ ਨੇਤਰਾ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਕਹਿੰਦੇ ਜਿਵੇਂ ਇੱਕ ਸੁਵਾਣੀ ਭਾਂਡਾ ਧੋਂਦੀ ਏ ਔਰ ਫਿਰ ਉਹਨੂੰ ਸੁਗੰਧੀ ਲਾ ਕਰਕੇ ਉਹਦੇ ਵਿੱਚ ਦੁੱਧ ਪਾਉਂਦੀ, ਜਾਗ ਲਾਉਂਦੀ, ਫਿਰ ਦੁੱਧ ਨੂੰ ਰਿੜਕਦੀ, ਉਹਨੂੰ ਜਿਵੇਂ ਮੱਖਣ ਦੀ ਪ੍ਰਾਪਤੀ ਹੁੰਦੀ। ਇਸੇ ਤਰ੍ਹਾਂ ਭਾਈ ਉਹ ਸੁਵਾਣੀ ਤੋਂ ਸਿੱਖਿਆ ਲੈ, ਆਪਣੇ ਮਨ ਰੂਪੀ ਈਟੀਆਂ ਨੂੰ ਫੜ ਕਰਕੇ ਰੱਖ, ਆਪਣੀ ਰਸਨਾ ਦੇ ਨਾਮ ਪ੍ਰਮਾਤਮਾ ਦੇ ਨਾਮ ਨੂੰ ਮੰਥਨ ਕਰਨਾ ਕਰ, ਰਿੜਕਣਾ ਕਰ। ਇਸ ਤਰ੍ਹਾਂ ਤੈਨੂੰ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇਗੀ। ਇਸ ਤਰ੍ਹਾਂ ਭਾਈ ਗੁਰੂ ਦੀ ਮੱਤ ਲੈ ਕਰਕੇ ਸਦਾ ਹੀ ਪ੍ਰਮਾਤਮਾ ਦੇ ਨਾਮ ਦਾ ਲਾਹਾ ਲੈਣਾ ਕਰ। ਹਰ 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 ਭਗਤ ਦੜਾਵੋ। ਹਰ ਹਰ ਨਾਮ ਓ ਮਹਾਰਾਮ। ਚਾਰ ਵਾਰ ਫਿਰ ਮਹਾਰਾਜ ਸਾਹਿਬ ਨੇ ਹਰ ਸ਼ਬਦ ਵਰਤਿਆ ਏ। ਉਹ ਭਾਈ ਜਿਹੜਾ ਸਤਿਯੁਗ ਦੇ ਵਿੱਚ ਵੀ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਜਿਹੜਾ ਤ੍ਰੇਤੇ ਵਿੱਚ, ਦੁਆਪਰ ਵਿੱਚ ਤੇ ਕਲਯੁਗ ਦੇ ਵਿੱਚ ਮਹਾਰਾਜ ਨੇ ਆਖਿਆ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਅਨੁਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਭਾਈ ਉਸ ਪ੍ਰਮਾਤਮਾ ਦੀ ਭਗਤੀ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਦ੍ਰਿੜ ਕਰਨਾ ਕਰ। ਹਰ ਹਰ ਨਾਮ ਉਮਾਹਾ ਰਾਮ। ਤੇ ਜਦੋਂ ਉਸ ਅਕਾਲ ਪੁਰਖ ਪ੍ਰਮਾਤਮਾ ਹਰੀ ਪ੍ਰਮਾਤਮਾ ਦਾ ਨਾਮ ਜਪੇਗਾ ਤੇ ਮਨ ਦੇ ਵਿੱਚ ਹੁੰਦਾ ਹੈ ਉਮਾਹਾ। ਉਮਾਹਾ ਤੋਂ ਭਾਵ ਹੁੰਦਾ ਹੈ ਆਨੰਦ ਚਾਹ। ਇੱਕ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਨਾ ਵੀ ਸੰਸਾਰ ਦੇ ਦੋ ਪੱਖ ਨੇ, ਦੁੱਖ ਸੁੱਖ, ਜਨਮ ਮਰਨ, ਖੁਸ਼ੀ ਗਮੀ, ਦੋਸਤ ਮਿੱਤਰ, ਦਿਨ ਰਾਤ। ਇਸੇ ਤਰ੍ਹਾਂ ਜਿਹੜਾ ਸੁੱਖ ਹੈ ਨਾ ਜੀ, ਸੁੱਖ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਪਰ ਜਦੋਂ ਅਸੀਂ ਨਾਮ ਜਪਦਿਆਂ ਆਨੰਦ ਵਾਲੀ ਅਵਸਥਾ ਤੇ ਪਹੁੰਚ ਜਾਂਦੇ ਨਾ ਜੀ, ਤੇ ਆਨੰਦ ਦਾ ਕੋਈ ਦੂਜਾ ਪਾਸਾ ਨਹੀਂ। ਆਨੰਦ ਕੇਵਲ ਆਨੰਦ ਹੈ। ਆਪਾਂ ਪੜ੍ਹਦੇ ਹਾਂ ਨਾ, ਆਨੰਦ ਭੈ ਮੇਰੀ ਮਾਏ ਕਦੋਂ ਪ੍ਰਾਪਤ ਹੋਇਆ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਉਦੋਂ ਮਨ ਨੂੰ ਵੀ ਵਧਾਈਆਂ ਮਿਲੀਆਂ
ਵੀ ਭਾਈ ਤੇਰੀ ਅਵਸਥਾ ਬਣ ਗਈ, ਇਹ ਅਵਸਥਾ ਨਾਲ ਪ੍ਰਮਾਤਮਾ ਮਿਲ ਪੈਂਦਾ ਹੈ। ਤੋ ਸਾਧ ਸੰਗਤ ਆਨੰਦ ਦਾ ਦਾਤਾ ਗੁਰੂ ਏ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ, ਪਿਆਰਿਆ ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਇਸ ਤਰ੍ਹਾਂ ਅਸੀਂ ਹਰੀ ਪ੍ਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਜਦੋਂ ਪ੍ਰੇਮਾ ਭਗਤੀ ਕਰਦੇ ਨਾ ਜੀ, ਤੇ ਮਨ ਦੇ ਵਿੱਚ ਉਮਾਹਾ ਆਨੰਦ ਪੈਦਾ ਹੋ ਜਾਂਦਾ ਹੈ। ਉਸ ਆਨੰਦ ਦੇ ਤੁਲ ਦੁਨੀਆ ਦੀ ਕੋਈ ਵਸਤੂ ਵੀ ਨਹੀਂ ਹੈ। ਹਰ ਹਰ ਨਾਮ ਦਿਆਲ ਧਿਆਹਾ। ਉਸ ਦਇਆਲ ਦਾ ਨਾਮ ਪਿਆ, ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਉਹ ਨਿਮਾਣਿਆਂ ਦਾ ਮਾਣ, ਉਹ ਨਿਤਾਣਿਆਂ ਦਾ ਤਾਣ ਹੈ। ਇਸ ਕਰਕੇ ਉਸ ਦਾ ਨਾਮ ਹੈ ਜੀ ਦਇਆਲੂ। ਕਹਿੰਦੇ ਉਸ ਦਇਆਲੂ ਪ੍ਰਮਾਤਮਾ ਹਰੀ ਦਾ ਨਾਮ ਧਿਆਉਣਾ ਕਰ। ਹਰ ਕੈ ਰੰਗ ਸਦਾ ਗੁਣ ਗਾਹਾ। ਹਰੀ ਪ੍ਰਮਾਤਮਾ ਦੇ ਨਾਮ ਦੇ ਮਜੀਠੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਜਦੋਂ ਉਹਦੇ ਗੁਣ ਗਾਈਏ, ਉਦੋਂ ਭਾਈ ਬਹੁਤਾ ਲਾਹਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਆਪਣੇ ਮਨ ਨੂੰ ਪ੍ਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਰੰਗ ਕੇ ਉਹਦੇ ਗੁਣ ਗਾਇਆ ਕਰ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾ, ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ। ਕਹਿੰਦੇ ਜਿਹੜੇ ਸੰਗਤ ਵਿੱਚ ਜਾ ਕਰਕੇ ਆਪਣੀ ਸੁਰਤੀ ਨੂੰ ਸ਼ਬਦ ਦੇ ਵਿੱਚ ਜੋੜ ਲੈਂਦੇ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਵਾਰ ਅੰਦਰ ਕਹਿੰਦੇ, ਸ਼ਬਦ ਸੁਰਤ ਲਿਵ ਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਏ। ਜਿਹੜਾ ਆਪਣੀ ਸੁਰਤੀ ਨੂੰ ਸ਼ਬਦ ਦੇ ਵਿੱਚ ਲੀਨ ਕਰ ਲੈਂਦਾ ਹੈ ਨਾ ਜੀ, ਉਹ ਦਰਗਾਹ ਵਿੱਚ ਜਾ ਕਰਕੇ ਜਿਹੜਾ ਇੱਥੇ ਨਿਮਾਣਾ ਬਣ ਕੇ ਰਹਿੰਦਾ ਪਰ ਬਹੁਤਾ ਮਾਣ ਪ੍ਰਾਪਤ ਕਰਦਾ ਏ। ਇਸ ਕਰਕੇ ਭਾਈ ਆਪਣੇ ਮਨ ਨੂੰ ਹਰੀ ਪ੍ਰਮਾਤਮਾ ਦੇ ਰੰਗ ਵਿੱਚ ਪ੍ਰੇਮਾ ਭਗਤੀ ਰੰਗ ਵਿੱਚ ਰੰਗ ਕੇ ਗੁਣ ਗਾਇਨ ਕਰਨੇ ਕਰ। ਹਰ 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 ਜਸ ਘੂਮਰ ਪਾਓ, ਮਿਲ ਸਤ ਸੰਗ ਓ ਮਹਾਰਾਮ। ਫਿਰ ਆਪਣੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਕਿਵੇਂ ਰੰਗਣਾ ਹੈ, ਮਹਾਰਾਜ ਸਾਹਿਬ ਉਦਾਹਰਨ ਦਿੰਦੇ। ਕਹਿੰਦੇ ਜਿਵੇਂ ਸੰਸਾਰ ਦੇ ਲੋਕ ਨਾਚ ਕਰਦੇ ਨਾ ਜੀ, ਉਸ ਤਰ੍ਹਾਂ ਸਾਧ ਸੰਗਤ ਜਿਹੜਾ ਇਹ ਨੱਚਣ ਕੁੱਦਣੇ ਮਨ ਦਾ ਹੀ ਚਾਅ ਵਾ। ਕਈ ਵਾਰੀ ਇਹ ਪੰਕਤੀ ਸੁਣਾਉਂਦੇ ਕਈ ਵੀ ਭਾਈ ਮਹਾਰਾਜ ਨੇ ਗੁਰਬਾਣੀ ਵਿੱਚ ਆਖਿਆ, ਪਰ ਮਹਾਰਾਜ ਨੇ ਨਾਲੇ ਵੀ ਆਖਿਆ ਵੀ ਮਨ ਦਾ ਹੀ ਚਾਅ ਵਾ। ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਮਨ ਦੇ ਪਿੱਛੇ ਨਹੀਂ, ਉਹ ਗੁਰੂ ਦੇ ਪਿੱਛੇ ਲੱਗਦਾ ਹੈ। ਮਨ ਦੇ ਪਿੱਛੇ ਲੱਗਣ ਵਾਲਾ ਤੇ ਮਨਮੁਖ ਹੈ, ਔਰ ਜਿਹੜਾ ਗੁਰਮੁਖ ਹੈ ਉਹ ਮਹਾਰਾਜ ਸਾਹਿਬ ਦੀ ਗੋਦ ਪ੍ਰਾਪਤ ਕਰਦਾ। ਜਿਹੜਾ ਮਨਮੁਖ ਉਹ ਜੂਨੀਆਂ ਵਿੱਚ ਖੁਆਰ ਹੁੰਦਾ ਹੈ। ਔਰ ਦ੍ਰਿਸ਼ਟਾਂਤ ਦਿੰਦੇ ਨੇ, ਹਰ 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 ਜਸ ਘੂਮਰ ਪਾਵੋ, ਮਿਲ ਸਤ ਸੰਗ ਉਮਾਹਾ ਰਾਮ। ਜਿਵੇਂ ਭਾਈ ਕਈ ਨੱਚਣ ਵਾਲੇ ਗੋਲ ਗੋਲ ਘੁੰਮ ਕੇ ਲੁੱਡੀ ਪਾਉਂਦੇ ਨਾ, ਉੱਚੀ ਕਿਲਕਾਰੀ ਮਾਰਦੇ ਤੇ ਉਹ ਸੰਸਾਰਕ ਨਾਚ ਦਾ ਆਨੰਦ ਲੈਂਦੇ ਆ। ਇਸ ਤਰ੍ਹਾਂ ਭਾਈ ਤੂੰ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਦਾਇਰੇ ਦੇ ਵਿੱਚ ਘੁਮਾਇਆ ਕਰ। ਔਰ ਤੂੰ ਆਨੰਦ ਕੀ ਲੈਣਾ ਹੈ? ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਜਦੋਂ ਤੂੰ ਝੂਲਣਾ ਹੈ, ਆਪਣੇ ਮਨ ਨੂੰ ਸ਼ਬਦ ਦੇ ਰੰਗ ਵਿੱਚ ਘੁਮਾਉਣਾ ਹੈ। ਤੂੰ ਐਸਾ ਆਨੰਦ ਕਿੱਥੋਂ ਪ੍ਰਾਪਤ ਕਰਨਾ ਹੈ? ਸਤ ਸੰਗਤ ਦੇ ਵਿੱਚੋਂ। ਆਓ ਸਖੀ ਹਰ ਮੇਲ ਮਿਲਾਹਾ। ਇਹ ਆਓ ਸਖੀਏ ਪ੍ਰਮਾਤਮਾ ਦੇ ਨਾਲ ਮਿਲਾਉਣ ਵਾਲਾ ਜੋ ਰਸਤਾ ਹੈ। ਸੁਣ ਹਰ ਕਥਾ ਨਾਮ ਲੈ ਲਾਹਾ। ਰਸਤਾ ਦੱਸਦੇ ਹਨ ਪ੍ਰਮਾਤਮਾ ਦੇ ਨਾਮ ਦੀ ਕਥਾ ਸੁਣਿਆ ਕਰ, ਕਿਉਂਕਿ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ। ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਇਸ ਕਰਕੇ ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਐਸੀ ਪ੍ਰਮਾਤਮਾ ਦੇ ਨਾਮ ਦੀ ਕਥਾ ਹੈ ਭਾਈ। ਪ੍ਰਮਾਤਮਾ ਦੇ ਨਾਮ ਦੀ ਸਿਫਤੋ ਸਲਾਹ ਦੀ ਕਥਾ ਕਰਿਆ ਕਰ। ਫਿਰ ਕਥਾ ਕੀ ਕਹਿੰਦੀ ਭਾਈ? ਨਾਮ ਜਪੋ, ਨਾਮ ਜਪਣਾ ਕਰ, ਕਥਾ ਨੂੰ ਮੰਨਣਾ ਕਰ। ਹਰ ਹਰ ਕਿਰਪਾ ਧਾਰ ਗੁਰ ਮਿਲੋ, ਗੁਰ ਮਿਲਿਆ ਹਰਿ ਮਹਾਰਾਮ। ਇਹ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਗਿਆਸੂ ਬਣ ਕੇ ਬੇਨਤੀ ਕਰਦੇ, ਮਹਾਰਾਜ ਸਾਹਿਬ ਕਿਰਪਾ ਕਰਕੇ ਪੂਰੇ ਗੁਰੂ ਦੇ ਨਾਲ ਮਿਲੋ। ਤੇ ਗੁਰੂ ਦੇ ਮਿਲਣ ਦੇ ਨਾਲ ਮੇਰੇ ਹਿਰਦੇ ਘਰ ਦੇ ਵਿੱਚ ਉਮਾਹ ਚਾਅ ਆਨੰਦ ਬਣ ਜਾਵੇ। ਕਿਉਂਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਕਰ ਕੀਰਤ
ਜਸ ਅਗਮ ਅਥਾਹ। ਉਹ ਪ੍ਰਮਾਤਮਾ ਜਿਹੜਾ ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ ਜੀ, ਜਿਹੜਾ ਬੇਅੰਤ ਤੇ ਬੜਾ ਉੱਚਾ ਹੈ, ਸਮੁੰਦਰ ਦੀ ਨਿਆਈ ਡੂੰਘਾ ਹੈ, ਉਹਦੀ ਗਹਿਰਾਈ ਨੂੰ ਮਾਪਿਆ ਨਹੀਂ ਜਾਂਦਾ। ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ, ਆਣ ਸੰਸਰ ਕੋ ਲਾਗੇ ਢੂੰਡ ਰਹੇ, ਹਮ ਉੱਚਾ ਬਹੁ ਬੇਅੰਤਤ ਬੜੋ ਗਾਹਰੋ, ਥਾਹ ਨਹੀਂ ਅਗਹੂਚਾ, ਤੋਲ ਨਾ ਤੁਲੀਏ ਮੋਲ ਨਾ ਮੁਲੀਏ, ਕੱਤ ਪਾਈਏ ਮਨ ਰੂਚਾ। ਉਹ ਪ੍ਰਮਾਤਮਾ ਦੀ ਭਾਈ ਕੀਰਤੀ ਦਾ ਜਸ ਜਿਹੜਾ ਗਾਉਣਾ ਕਰ, ਤੇ ਇਸ ਤਰ੍ਹਾਂ ਆਖਿਆ ਕਰੋ, ਬੇਅੰਤ ਹੈ, ਅਥਾਹ ਹੈ, ਅਗੰਮ ਹੈ। ਖਿਨ ਖਿਨ ਰਾਮ ਨਾਮ ਗਾਵਾ। ਔਰ ਕਹਿੰਦੇ ਖਿਨ ਖਿਨ ਭਾਈ ਅੱਖ ਝਮਕਣ ਦੇ ਸਮੇਂ ਮਾਤਰ ਵਿੱਚ ਵੀ ਪ੍ਰਮਾਤਮਾ ਨੂੰ ਨਾਮ ਵਿਸਾਰਿਆ ਕਰ, ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੈ ਖਾਏ ਚੱਲੀਏ ਦੁੱਖ, ਤੇ ਬੇਨਤੀ ਕੀਤੀ ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ, ਇੱਕ ਖਿਣ ਖਿਣ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਮੋਕੋ ਧਾਰ ਕਿਰਪਾ ਮਿਲਿਏ ਗੁਰ ਦਾਤੇ, ਹਰ ਨਾਨਕ ਭਗਤੋ ਮਹਾਰਾਮ। ਕਹਿਣ ਲੱਗੇ ਮੇਰੇ ਤੇ ਕਿਰਪਾ ਕਰੋ, ਤਰਸ ਮਿਹਰਾਮਤ ਕਰਕੇ ਮੈਨੂੰ ਗੁਰੂ ਦਾਤੇ ਮਿਲਣਾ ਕਰ। ਔਰ ਤੇਰੇ ਮਿਲਾਪ ਦੇ ਨਾਲ ਜੋ ਭਗਤੀ ਦਾ ਆਨੰਦ ਉਮਾਹ ਹੈ ਨਾ, ਭਗਤੀ ਦਾ ਚਾਉ ਹੈ, ਉਹ ਮੇਰੇ ਮਨ ਦੇ ਵਿੱਚ ਪੈਦਾ ਹੋਵੇ। ਕਿਉਂਕਿ ਸਾਧ ਸੰਗਤ ਜਿਨ੍ਹਾਂ ਨੂੰ ਇੱਕ ਵਾਰ ਪ੍ਰਮਾਤਮਾ ਦੇ ਦਰਸ਼ਨਾਂ ਦਾ ਝਲਕਾਰਾ ਮਿਲਿਆ ਨਾ, ਸੰਸਾਰ ਦੇ ਰਸ ਕਸ ਫਿੱਕੇ ਹੋ ਗਏ। ਸੰਸਾਰ ਦੇ ਰਸਾਂ ਕਸਾਂ ਵੱਲੋਂ, ਇਹ ਮਾਇਕ ਪਦਾਰਥਾਂ ਵੱਲੋਂ, ਸੰਸਾਰਿਕ ਧੰਦਿਆਂ ਵੱਲੋਂ ਉਹਨਾਂ ਦੀ ਜਿਹੜੀ ਖਿੱਚ ਸੀ ਨਾ, ਉਹ ਖਤਮ ਹੋ ਗਈ। ਤਾਂ ਬੇਨਤੀ ਕਰਦੇ, ਮਹਾਰਾਜ ਸਾਹਿਬ ਕਿਰਪਾ ਕਰਕੇ ਮੈਨੂੰ ਮਿਲਣਾ ਕਰ। ਤੇਰੇ ਮਿਲਾਪ ਦੇ ਨਾਲ ਜਿਹੜਾ ਭਗਤੀ ਦਾ ਆਨੰਦ ਚਾਉ ਹੈ, ਉਹ ਮੇਰੇ ਮਨ ਦੇ ਵਿੱਚ ਪੈਦਾ ਹੋਵੇਗਾ। ਅੱਜ ਦੇ ਸ਼ਬਦ ਵਿੱਚ ਮਹਾਰਾਜ ਸਾਹਿਬ ਨੇ ਮਹਾਨ ਮਿਹਰਾਮਤ ਕਰਕੇ ਸਾਧ ਸੰਗਤ ਸਾਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ, ਉਹਦੀ ਭਗਤੀ ਇਬਾਦਤ ਕਰਨ ਦੇ ਨਾਲ, ਮਜੀਠੇ ਨਾਮ ਦੇ ਨਾਲ ਜੁੜਨ ਵਾਸਤੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ। ਸਤਿਗੁਰੂ ਜੀ ਕਿਰਪਾ ਕਰਨੇ ਸਿੱਖਿਆ ਸਾਡੇ ਹਿਰਦਿਆਂ ਵਿੱਚ ਵਸ ਸਕੇ, ਤਾਂ ਜੋ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਥੋੜਾ ਕੁਝ ਬੋਲਦਿਆਂ ਬਹੁਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਔਰ ਗੁਰੂ ਸਾਹਿਬ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਲੈਣਾ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕਰ ਕੀਰਤ ਜਸ ਅਗਮ ਅਥਾਹ, ਖਿਨ ਖਿਨ ਰਾਮ ਨਾਮ ਗਾਵਾ। ਮੋਕੋ ਧਾਰ ਕਿਰਪਾ ਮਿਲਿਏ ਗੁਰ ਦਾਤੇ, ਹਰ ਨਾਨਕ ਭਗਤ ਮਹਾਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜਸਪ੍ਰੀਤ